ਆਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਧਨ ਧਨ ਭਾਗ ਤਿਨਾ, ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਧਨ ਧਨ ਭਾਗ ਤਿਨਾ, ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆ। ਧਨ ਧਨ ਭਾਗ ਤਿਨਾ, ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧਨ ਧਨ ਭਾਗ ਤਿਨਾ, ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆ। ਸਬਦੂ ਵੱਡੇ ਭਾਗ ਗੁਰ ਸਿੱਖਾਂਗੇ, ਜੋ ਗੁਰ ਚਰਣੀ ਸਿੱਖ ਪੜਤੇ ਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਹੈ। ਔਰ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਮਹਾਰਾਜ ਦੇ ਜੀਵਨ ਬਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਨੀ ਆ। ਉਹਨਾਂ ਦੀ ਬਾਣੀ ਦੇ ਵਿੱਚੋਂ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹ ਆਪ ਹੀ ਕਹਿੰਦੇ ਨੇ ਕਿ ਮੈਂ ਕਿਸ ਹਾਲਤ ਵਿੱਚ ਸੀ ਤੇ ਮੈਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਜਦੋਂ ਸੰਗ ਪ੍ਰਾਪਤ ਹੋਇਆ, ਉਹਨਾਂ ਦੀ ਸੰਗਤ ਪ੍ਰਾਪਤ ਹੋਈ, ਤੇ ਅੱਜ ਉਹ ਅਵਸਥਾ ਤੇ ਪਹੁੰਚ ਗਏ ਕਿ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ। ਤੇ ਉਹ ਬੇਨਤੀ ਵੀ ਕਰਦੇ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰਬਾਸ ਹਮ ਕੀਰੇ। ਉਹ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੇ, ਭਾਵੇਂ ਬਾਦਸ਼ਾਹ ਬਣ ਗਏ ਨੇ, ਸੋਢੀ ਪਾਤਸ਼ਾਹ ਬਣ ਗਏ ਨੇ। ਤੇ ਸਿਆਣੇ ਵੀ ਕਹਿੰਦੇ ਨੇ ਕਿ ਬੰਦਾ ਜਿਸ ਹਾਲਤ ਵਿੱਚੋਂ ਆਇਆ ਹੋਵੇ ਨਾ, ਤੇ ਕਿਸੇ ਨੇ ਮਾਣ ਬਖਸ਼ਿਆ ਹੋਵੇ, ਤੇ ਪਹਿਲੇ ਉਹ ਹਾਲਾਤਾਂ ਨੂੰ ਨਹੀਂ ਭੁੱਲਣਾ ਚਾਹੀਦਾ। ਹਾਲਾਂਕਿ ਮਨੁੱਖ ਭੁੱਲ ਜਾਂਦਾ ਹੈ। ਤੁਲਸੀਦਾਸ ਨੇ ਕਿਹਾ ਕਿ ਐਸੋ ਕੋ ਜਨਮਿਓ ਜਗ ਮਾਹੇ, ਪਦ ਪਾਵਤ। ਕਿਸ ਨੂੰ ਪਦਵੀ ਉੱਚਾ ਅਹੁਦਾ ਮਿਲ ਗਿਆ, ਮਦ ਪਾਵਤ ਨਾ ਹੈ। ਉੱਚੇ ਅਹੁਦੇ ਤੇ ਕੋਈ ਵਿਅਕਤੀ ਬੈਠਾ ਹੋਵੇ ਤੇ ਉਹਨੂੰ ਹੰਕਾਰ ਨਾ ਹੋਵੇ, ਉਹਨੂੰ ਉਸ ਅਹੁਦੇ ਦਾ ਮਾਣ ਨਾ ਹੋਵੇ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਪਰ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰਬਾਸ ਹਮ ਕੀਰੇ। ਕਿਰਮ ਕੀਰੇ ਵਿਦ ਕਿਰਮ, ਸਤਿਗੁਰ ਸਰਣਾਈ। ਉਹ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਪ੍ਰਾਪਤ ਹੋ ਗਈ। ਤੇ ਉਹਨਾਂ ਦਾ ਫਿਰ ਸਾਨੂੰ ਸੰਗ ਪ੍ਰਾਪਤ ਹੋ ਗਿਆ। ਫਿਰ ਹੋਇਆ ਕਿ ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ।
ਤੇ ਗੁਰੂ ਨੇ ਦਇਆ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਦਇਆ ਨਾਮ ਪ੍ਰਗਾਸ, ਤੇ ਮੇਰੇ ਅੰਦਰ ਨਾਮ ਦਾ ਪ੍ਰਗਾਸ਼ ਕਰ ਦਿੱਤਾ, ਜਿਹਨੂੰ ਕਿ ਗੁਰੂ ਰਾਮਦਾਸ ਕਹਿੰਦੇ ਨੇ ਗੁਪਤ ਨਾਮ ਪ੍ਰਗਾਜਾ। ਇਹ ਕਿਸ ਤਰ੍ਹਾਂ ਹੋਇਆ? ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਪ੍ਰਾਪਤ ਹੋ ਗਈ ਨਾ, ਤੇ ਫਿਰ ਕਹਿੰਦੇ ਮਹਾਰਾਜ ਕਹਿੰਦੇ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਉਂਦਾ ਰਾਮਕਲੀ ਰਾਗ ਦੇ ਅੰਦਰ ਵੀ। ਉਹ ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਸੰਗ ਪ੍ਰਾਪਤ ਹੁੰਦਾ, ਭਾਵੇਂ ਬੁਰੇ ਦਾ ਹੋ ਜੇ ਤੇ ਭਾਵੇਂ ਚੰਗੇ ਦਾ ਹੋ ਜੇ, ਉਹਨੇ ਅਸਰ ਕਰਨਾ ਹੀ ਕਰਨਾ, ਤੇ ਕੀਤੇ ਸੰਗ ਦਾ ਉਸ ਨੂੰ ਫਲ ਮਿਲਣਾ ਹੀ ਮਿਲਣਾ। ਕੋਈ ਹੰਸ ਸੀ ਤੇ ਉਹ ਕੋਨੇ ਕਿਹਾ ਵੀ ਬੜਾ ਸੁਣਿਆ ਵੀ ਜੇ ਮਾੜੇ ਦੀ ਸੰਗਤ ਕਰੀਏ ਤੇ ਬੜਾ ਮਾੜਾ ਫਲ ਮਿਲਦਾ। ਕਹਿੰਦੇ ਅੱਜ ਵੇਹਨੇ ਹੀ ਆ ਮਾੜੇ ਦੀ ਸੰਗਤ ਕਰਕੇ ਕਿਹੜਾ ਫਲ ਮਿਲਦਾ। ਉਹ ਹੰਸ ਜਾ ਕੇ ਬਹਿ ਗਿਆ ਕਾਂ ਦੇ ਲਾਗੇ। ਕਾਂ ਕੋਈ ਰੁੱਖ ਤੇ ਬੈਠਾ ਸੀ ਤੇ ਹੰਸ ਉਹਦੇ ਲਾਗੇ ਬਹਿ ਗਿਆ ਤੇ ਕਹਿੰਦਾ ਵੇਹਨੇ ਆ ਵੀ ਅੱਜ ਕਹਿੰਦੇ ਸੰਗ ਦਾ ਬੜਾ ਅਸਰ ਹੁੰਦਾ ਹੈ, ਬੜਾ ਫਲ ਮਿਲਦਾ, ਤੇ ਵੇਹਨੇ ਅੱਜ ਬੁਰੇ ਦਾ ਵੀ ਸੰਗ ਕਰਕੇ ਅੱਜ ਵੇਖ ਲੈਨੇ ਆ। ਕਹਿੰਦੇ ਕਾਂ ਦੇ ਲਾਗੇ ਹੰਸ ਬਹਿ ਗਿਆ, ਰੁੱਖ ਦੇ ਉੱਤੇ ਇਕੱਠੇ ਬਹਿ ਗਏ ਨੇ, ਇੱਕ ਕਾਂ ਵਾ ਇੱਕ ਹੰਸ ਵਾ। ਤੇ ਕਾਂ ਨੇ ਕੀ ਸ਼ਰਾਰਤ ਕੀਤੀ, ਹੁਣ ਸੰਗ ਵਾ, ਸੰਗ ਦਾ ਫਲ ਮਿਲਣਾ ਹੈ। ਕਬੀਰ ਨੇ ਕਿਹਾ ਮੈਨੂੰ ਵੀ ਸੰਗ ਹੋ ਗਿਆ ਸਾਧੂਆਂ ਦਾ, ਤੇ ਮੈਨੂੰ ਵੀ ਸੰਗ ਫਲ ਪ੍ਰਾਪਤ ਹੋ ਗਿਆ। ਉਹ ਕਾਂ ਨੇ ਸ਼ਰਾਰਤ ਕੀਤੀ, ਥੱਲੇ ਕੋਈ ਬੰਦਾ ਬੈਠਾ ਸੀ, ਉਹ ਬਿੱਠ ਮਾਰ ਕੇ ਬੰਦੇ ਉੱਤੇ ਤੇ ਭੱਜ ਗਿਆ, ਉੱਡ ਗਿਆ। ਹੰਸ ਬੈਠਾ ਰਿਹਾ ਤੇ ਉਹ ਵਿਅਕਤੀ ਨੇ ਵੇਖਿਆ ਵੀ ਮੇਰੇ ਤੇ ਬਿੱਠ ਕਿਹਨੇ ਕਰਦੀ, ਉੱਤੇ ਹੰਸ ਬੈਠਾ ਸੀ। ਉਹਨੇ ਮਾਰਿਆ ਗਲੇਲਾ, ਢੀਮ ਮਾਰੀ ਤੇ ਉਹਦਾ ਇੱਕ ਖੰਭ ਤੋੜ ਦਿੱਤਾ। ਉਹ ਮਾਸਾ ਉੱਡ ਕੇ ਆਪਣੇ ਸਾਥੀਆਂ ਕੋਲ ਗਿਆ ਤੇ ਕਿਸੇ ਨੇ ਆਖਿਆ ਵੀ ਕੀ ਹੋਇਆ ਤੈਨੂੰ? ਕਹਿੰਦਾ ਸੰਗ ਦਾ ਫਲ ਮਿਲਿਆ, ਸੰਗ ਜੂ ਕਰ ਲਿਆ ਸੀ ਮੈਂ ਕਾਂ ਦਾ, ਤੇ ਸੰਗ ਦਾ ਫਲ ਮਿਲ ਗਿਆ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਸੰਗ ਦੇ ਉੱਤੇ ਹੀ। ਉਹ ਕਹਿੰਦੇ ਨੇ ਕਾਹੂ ਦਸਾ ਕੀ ਪਵਨ ਗਵਨ ਬਰਖਾ ਬਰਾਤ ਹੈ, ਵੀ ਜਦੋਂ ਹਵਾ ਆਉਂਦੀ ਆ ਤੇ ਬੱਦਲ ਲੈ ਆਉਂਦੀ ਆ ਤੇ ਬੱਦਲ ਵਰਸਦਾ, ਤੇ ਫਿਰ ਹਵਾ ਹੀ ਉਹ ਵੀ ਦੂਸਰੀ ਵੀ ਹਵਾ ਹੀ ਚੱਲਦੀ ਜਦੋਂ ਬੱਦਲ ਨੂੰ ਉਡਾ ਕੇ ਲੈ ਜਾਂਦੀ ਆ। ਕਾਹੂ ਜਲ ਪਾਣ ਕੀ ਰਹਿਤ ਅਰੋਗ ਦੇਹੀ, ਕੋਈ ਇਹੋ ਜਿਹੇ ਪਾਣੀ ਨੇ ਜਿਨ੍ਹਾਂ ਨੂੰ ਪੀ ਕੇ ਬੰਦਾ ਰੋਗਾਂ ਤੋਂ ਮੁਕਤ ਹੋ ਜਾਂਦਾ, ਤੇ ਉਹ ਵੀ ਪਾਣੀ ਆ ਪੀ ਲਈਏ ਤੇ ਰੋਗ ਲੱਗ ਜਾਂਦਾ। ਕਾਹੂ ਗ੍ਰਹਿਣ ਕੀ ਅਗਨ ਪਾਕ ਸਾਲ ਸਿੱਧ ਕਰੇ, ਹੁਣ ਘਰ ਰਸੋਈ ਦੇ ਵਿੱਚ ਅੱਗ ਬਲਦੀ, ਉੱਥੇ ਕਿੰਨਾ ਤਰ੍ਹਾਂ ਦੇ ਪਦਾਰਥ ਬਣਾਉਣੇ ਆ। ਤੇ ਕਾਹੂ ਗ੍ਰਹਿਣ ਕੀ ਅਗਨ ਭਵਨ ਜਰਾਤ ਹੈ, ਤੇ ਉਹ ਵੀ ਅੱਗ ਆ ਜਦੋਂ ਲੱਗ ਜਾਂਦੀ ਆ ਤੇ ਕਿੰਨੀ ਫਸਲ ਸੜ ਜਾਂਦੀ ਆ, ਵੱਡੀਆਂ ਵੱਡੀਆਂ ਆਪਣੀਆਂ ਇਮਾਰਤਾਂ ਬਿਲਡਿੰਗਾਂ ਸੜ ਜਾਂਦੀਆਂ, ਬੰਦੇ ਸੜ ਜਾਂਦੇ, ਬੜੇ ਬੜੇ ਨੁਕਸਾਨ ਹੋ ਜਾਂਦੇ, ਗੱਡੀਆਂ ਕਾਰਾਂ ਸੜ ਜਾਂਦੀਆਂ, ਉਹ ਵੀ ਤੇ ਅੱਗ ਹੀ ਹੈ। ਇਸੇ ਤਰ੍ਹਾਂ ਹੀ ਭਾਈ ਜੀ ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਈਆਂ ਦਾ ਸੰਗ ਕਰਕੇ ਸੰਗਤ ਕਰਕੇ ਜੀਵਨ ਮੁਕਤੀ ਮਿਲ ਜਾਂਦੀ ਹੈ। ਤੇ ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ, ਤੇ ਉਹ ਵੀ ਸੰਗੀ ਆ ਜਿਨ੍ਹਾਂ ਦਾ ਸੰਗ ਕਰਕੇ ਜਮਪੁਰੀ ਨੂੰ ਜਾਣਾ ਪੈਂਦਾ। ਤੇ ਮਹਾਰਾਜ ਧੰਨ ਗੁਰੂ ਰਾਮਦਾਸ ਕਹਿੰਦੇ ਕਿ ਮੈਨੂੰ ਗੁਰੂ ਅਮਰਦਾਸ ਜੀ ਦਾ ਸੰਗ ਪ੍ਰਾਪਤ ਹੋ ਗਿਆ। ਜਿਸ ਤਰ੍ਹਾਂ
ਭਗਤ ਕਬੀਰ ਜੀ ਕਹਿੰਦੇ ਨੇ ਕਿ ਗੰਗਾ ਕੇ ਸੰਗ ਸਰਤਾ ਬਿਗਰੀ। ਗੰਗਾ ਦੇ ਨਾਲ ਸਲਤਾ ਜਿਹੜੀ ਸੀ, ਸਰਸਵਤੀ ਨੂੰ ਕਹਿੰਦੇ, ਗੰਗਾ ਕੇ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ। ਜਿਹੜੀਆਂ ਜਿਹੜੀਆਂ ਨਦੀਆਂ ਨਾਲੇ ਗੰਗਾ ਦੇ ਵਿੱਚ ਪੈਂਦੇ ਗਏ ਉਹ ਗੰਗਾ ਦਾ ਹੀ ਰੂਪ ਹੁੰਦੇ ਗਏ। ਹਾਲਾਂਕਿ ਗੰਗਾ ਆਪਣੀ ਚਾਲ ਚੱਲੀ ਜਾਂਦੀ ਆ, ਤੇ ਜਿਹੜਾ ਕੋਈ ਨਾਲਾ, ਹੁਣ ਤੇ ਗੰਦੇ ਨਾਲੇ ਵੀ ਗੰਗਾ 'ਚ ਬੜੇ ਪੈਂਦੇ ਨੇ, ਪਰ ਲੋਕੀ ਉਹਨੂੰ ਵੀ ਗੰਗਾ ਹੀ ਕਹਿੰਦੇ ਨੇ, ਕਿਉਂਕਿ ਗੰਗਾ ਦਾ ਸੰਗ ਜੀ ਹੋ ਗਿਆ। ਗੰਗਾ ਕੇ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਈ ਨਿਬਰੀ। ਤਰਵਰ ਕੇ ਸੰਗ ਚੰਦਨ ਬਿਗਰਿਓ। ਚੰਦਨ ਕੇ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ। ਕਹਿੰਦੇ ਨੇ ਜਿਹੜਾ ਚੰਦਨ ਦੇ ਲਾਗੇ ਲਾਗੇ ਹੋਵੇ ਉਹਨੂੰ ਸੁਗੰਧੀ ਆ ਜਾਂਦੀ, ਕਿਉਂਕਿ ਸੰਗ ਜੀ ਹੋ ਜਾਂਦਾ। ਪਰ ਕਬੀਰ ਬਾਂਸ ਬੜਾਈ ਬੂਡਿਆ ਮਤ ਬੂਡੋ ਕੋਏ ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਉਹ ਫਿਰ ਅਗਲਾ ਬਚਨ ਕਰਦੇ ਕਬੀਰ ਜੀ ਕਿ ਪਾਰਸ ਕੇ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ। ਤੇ ਬਿਗਰਿਓ ਕਬੀਰਾ ਸੰਤਨ ਸੰਗ ਕਬੀਰਾ ਬਿਗਰਿਓ। ਕਬੀਰ ਸਾਹਿਬ ਕਹਿੰਦੇ ਮੈਨੂੰ ਉਹ ਸਾਧੂਆਂ ਦਾ ਸੰਗ ਪ੍ਰਾਪਤ ਹੋ ਗਿਆ, ਸੰਗਤ ਪ੍ਰਾਪਤ ਹੋ ਗਈ। ਤੇ ਹੋਇਆ ਕੀ ਫਿਰ? ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੇ ਹੋਏ ਨਿਬਰਿਓ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਰਾਮ ਦਾ ਸੰਤਾਂ ਦੇ ਨਾਲ ਮਿਲ ਮਿਲ ਕੇ ਮੈਂ ਤਾਂ ਰਾਮ ਹੀ ਹੋ ਗਿਆ। ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਸੰਗ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਨੂੰ ਲੋਕਾਂ ਨੇ ਪਾਰ ਬ੍ਰਹਮ ਕਰ ਕਰਕੇ ਨਮਸਕਾਰ ਕੀਤੀ। ਕਿਉਂ ਕੀਤੀ? ਉਹਨਾਂ ਦਾ ਸੰਗ ਜੂ ਪ੍ਰਾਪਤ ਹੋ ਗਿਆ ਗੁਰੂ ਅਮਰਦਾਸ ਦਾ, ਤੇ ਉਹ ਪਾਰ ਬ੍ਰਹਮ ਬਣ ਗਏ। ਬਿਗਰਿਓ ਕਬੀਰਾ ਰਾਮ ਦੁਆਈ ਸਾਚ ਪਇਓ ਅਨ ਕਤੇ ਨਾ ਜਾਈ। ਕਬੀਰ ਸਾਹਿਬ ਕਹਿੰਦੇ ਦੁਆਈ ਰੱਬ ਦੀ, ਮੇਰੇ ਅੰਦਰ ਸੱਚ ਪ੍ਰਗਟ ਹੋ ਗਿਆ ਸਾਧੂਆਂ ਦੀ ਸੰਗਤ ਕਰ ਕਰਕੇ। ਇੱਕ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਉਹ ਕਹਿੰਦੇ ਨੇ ਕਾਗਦ ਲੂਣ ਰਹੇ ਕਿਰਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ। ਵੇਖੋ ਸੰਗ ਦਾ ਕੀ ਫਲ ਹੁੰਦਾ ਹੈ। ਮਨੁੱਖ ਜੋ ਕੁਛ ਵੀ ਆ ਨਾ, ਬਸ ਇਹ ਸੰਗ ਦਾ ਹੀ ਅਸਰ ਵਾ ਇਹਦੇ ਉੱਤੇ। ਕਿਸੇ ਮਨੁੱਖ ਨੂੰ ਵੇਖਣਾ ਹੋਵੇ, ਸ਼ੇਖ ਸਾਹਿਬ ਜੀ ਕਹਿੰਦੇ ਵੀ ਮਨੁੱਖ ਕੀ ਅੰਦਰੋਂ ਕੀ ਆਏ। ਹਾਲਾਂਕਿ ਮਨੁੱਖ ਨੂੰ ਸਮਝਣਾ ਤੇ ਬੜੀ ਦੂਰ ਦੀ ਬਾਤ ਆ, ਪਰ ਕਹਿੰਦਾ ਜੇ ਫੇਰ ਵੀ ਤੁਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਕਿੱਥੋਂ ਸਮਝੋਗੇ ਕਿ ਬੰਦਾ ਕੀ ਆ। ਉਹਨੂੰ ਵੇਖੋ ਇਹ ਕਿੰਨਾ ਕੋਲ ਬਹਿੰਦਾ ਹੈ, ਇਹ ਕਿੰਨਾ ਦੇ ਨਾਲ ਰਹਿੰਦਾ ਹੈ, ਕਿੰਨਾ ਦੇ ਨਾਲ ਗੁਫ਼ਤਗੂ ਕਰਦਾ ਹੈ। ਤੇ ਜਿਨ੍ਹਾਂ ਦੇ ਨਾਲ ਬਹਿੰਦਾ ਹੈ, ਜੇ ਅੰਬਲੀਆਂ ਦੇ ਨਾਲ ਬਹਿੰਦਾ ਤੇ ਅੰਬਲੀ ਹੋਊਗਾ, ਭੰਗੀਆਂ ਨਾਲ ਬਹਿੰਦਾ ਤੇ ਭੰਗੜ ਹੋਏਗਾ, ਸ਼ਰਾਬੀਆਂ ਦੇ ਨਾਲ ਬਹਿੰਦਾ ਤਾਂ ਸ਼ਰਾਬੀ ਹੋਏਗਾ, ਜਵਾਰੀਆਂ ਨਾਲ ਬਹਿੰਦਾ ਤਾਂ ਜਵਾਰੀ ਹੋਏਗਾ। ਇਹ ਜਿਸ ਤਰ੍ਹਾਂ ਦੇ ਨਾਲ ਇਹ ਬਹਿੰਦਾ ਨਾ ਮਨੁੱਖ, ਉਸ ਤਰ੍ਹਾਂ ਦਾ ਹੀ ਮਨੁੱਖ ਹੋ ਜਾਂਦਾ ਹੈ। ਕਿਉਂਕਿ ਮੈਂ ਕੀ ਕਹਿੰਦਾ ਕਿ ਮਨ ਦਾ ਆਪਣਾ ਕੋਈ ਰੰਗ ਨਹੀਂ ਹੈ। ਇਹ ਜਿੱਧਰ ਨੂੰ ਤੁਰਿਆ ਜਾਂਦਾ ਇਹਨੂੰ ਰੰਗ ਲੱਗਦੇ ਜਾਂਦੇ, ਰੰਗ ਚੜ੍ਹਦੇ ਜਾਂਦੇ, ਰੰਗ ਲੱਗਦੇ ਜਾਂਦੇ, ਰੰਗ ਚੜ੍ਹਦੇ ਜਾਂਦੇ। ਮਨ ਦਾ ਆਪਣਾ ਕੋਈ ਰੰਗ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਗਦ ਲੂਣ ਰਹੇ ਕਿਰਤ ਸੰਗੇ, ਵੀ ਕਾਗਦ ਨੂੰ ਤੇ ਲੂਣ ਨੂੰ, ਕਾਗਦ ਲੂਣ ਰਹੇ ਕਿਰਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ। ਵੇਖੋ ਤੁਸੀਂ ਲੂਣ ਨੂੰ ਪਾਣੀ ਵਿੱਚ ਸੁੱਟ ਦਿਓ ਤੇ ਉਹ ਗਲ ਜਾਂਦਾ ਹੈ, ਤੇ ਜੇ ਕਾਗਦ ਨੂੰ ਪਾਣੀ ਵਿੱਚ ਸੁੱਟ ਦਿਓ ਤੇ ਉਹ ਵੀ ਗਲ ਜਾਂਦਾ ਹੈ। ਪਾਣੀ ਦਾ ਸੁਭਾਅ ਹੈ ਗਾਲ ਦੇਣਾ।
पर उदाहरण ਦਿੱਤੀ गुरु नानक साहब ने कि ਇਹੀ लूण ਦੀ ਇੱਕ ਡਲੀ ਨੂੰ ਤੁਸੀਂ ਘਿਓ ਦੇ ਵਿੱਚ ਤਲ ਦਿਓ। ਕਾਗਦ ਲੂਣ ਰਹੇ ਕਿਰਤ ਸੰਗੇ, ਕਿਰਤ ਕਹਿੰਦੇ ਨੇ ਘਿਓ ਨੂੰ, ਵੀ ਜਿਸ ਤਰ੍ਹਾਂ ਘਿਓ ਦੇ ਵਿੱਚ ਲੂਣ ਦੀ ਡਲੀ ਤਲ ਕੇ ਮੁੜ ਕੇ ਉਸ ਲੂਣ ਦੀ ਡਲੀ ਨੂੰ ਪਾਣੀ ਵਿੱਚ ਸੁੱਟ ਛੱਡੋ, ਮੁੜ ਕੇ ਗਲਦਾ ਨਹੀਂ ਗਾਓ। ਕੋਈ ਕਾਗਜ਼ ਦਾ ਟੁਕੜਾ ਲੈ ਕੇ ਉਹਨੂੰ ਤੇਲ ਦੇ ਵਿੱਚੋਂ ਦੀ ਇੱਕ ਵਾਰੀ ਕੱਢ ਦਿਓ, ਘਿਓ ਦੇ ਵਿੱਚੋਂ ਦੀ ਕੱਢ ਦਿਓ ਕਾਗਜ਼ ਨੂੰ, ਮੁੜ ਕੇ ਉਹ ਕਾਗਜ਼ ਪਾਣੀ ਵਿੱਚ ਸੁੱਟ ਦਿਓ, ਪਾਣੀ ਦਾ ਕੋਈ ਅਸਰ ਨਹੀਂ ਹੋਣਾ ਉਹਦੇ ਉੱਤੇ, ਕੋਈ ਅਸਰ ਨਹੀਂ ਹੋਣਾ। ਕਾਗਦ ਲੂਣ ਰਹੇ ਕਿਰਤ ਸੰਗੇ, ਪਾਣੀ ਕਮਲ ਰਹੇ। ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਸਬਰ ਸੰਤੋਖੀਆਂ ਦੀ ਸੰਗਤ ਕਰਿਆ ਕਰ, ਤੇ ਮੁੜ ਕੇ ਸਾਰੀ ਦੁਨੀਆ ਨੂੰ ਲੋਭ ਨੇ ਗਾਲ ਕੇ ਰੱਖ ਦਿੱਤਾ, ਤੂੰ ਗਲੇਗਾ ਨਹੀਂ। ਗਰਭ ਜੋਨ ਗਲਾਈਏ ਜੋ ਲੂਣ ਗਲੇ ਜਲਾਏ, ਬਚਨ ਆਉਂਦਾ ਇੱਕ ਮਹਾਰਾਜ ਦਾ। ਉਹ ਕਹਿੰਦੇ ਤੂੰ ਸੰਤੋਖੀਆਂ ਦੀ ਸਬਰ ਸੰਤੋਖੀਆਂ ਦੀ ਸੰਗਤ ਕਰਿਆ ਕਰ, ਤੇ ਲੱਭ ਬਣਾਹੇ ਮਾਨਸਾ ਜੋ ਪਾਣੀ ਬੂਰ। ਸਾਰੀ ਦੁਨੀਆ ਨੂੰ ਲੋਭ ਨੇ ਬਰਬਾਦ ਕਰਕੇ ਰੱਖਿਆ ਹੋਇਆ ਵਾ, ਗਾਲ ਕੇ ਰੱਖਿਆ ਹੋਇਆ ਵਾ। ਤੇ ਜੇ ਤੂੰ ਉਹਨਾਂ ਮਹਾਂਪੁਰਖਾਂ ਦੀ ਜਿਹੜੇ ਸਬਰ ਸੰਤੋਖੀ ਨੇ, ਜੇ ਤੂੰ ਉਹਨਾਂ ਦੀ ਸੰਗਤ ਕਰੇਗਾ ਨਾ, ਤੇ ਲੋਭ ਤੈਨੂੰ ਗਾਲੇਗਾ ਨਹੀਂ। ਵੇਖੋ ਗੁਰੂ ਨਾਨਕ ਸਾਹਿਬ ਦੀ ਸੰਗਤ ਹੋ ਗਈ ਤੇ ਏਡਾ ਵੱਡਾ ਲੋਭੀ ਕਾਰੂ ਬਾਦਸ਼ਾਹ ਮੁੜ ਕੇ ਧਨ ਦੌਲਤ ਵਾਲੇ ਪਾਸੇ ਉਹਨੇ ਵੇਖਿਆ ਹੀ ਨਹੀਂ ਹੈ, ਸੰਗਜੂ ਹੋ ਗਿਆ। ਚੋਰ ਨੂੰ, ਭੂਮੀਏ ਚੋਰ ਨੂੰ ਗੁਰੂ ਨਾਨਕ ਸਾਹਿਬ ਦਾ ਸੰਗ ਹੋ ਗਿਆ, ਤੇ ਮੁੜ ਕੇ ਉਹਦੀ ਜ਼ਿੰਦਗੀ ਵਿੱਚ ਖੋਟਤਾ ਹੀ ਨਹੀਂ ਰਹੀ। ਭਾਵੇਂ ਉਹਨੇ ਆਖਿਆ ਬਾਬਾ ਮੈਂ ਚੋਰੀ ਨਹੀਂ ਛੱਡ ਸਕਦਾ, ਹੁਣ ਬਾਬੇ ਨੇ ਆਖਿਆ ਕਰ ਲਿਆ ਕਰੀ, ਪਰ ਜ਼ਿੰਦਗੀ ਵਿੱਚ ਖੋਟਤਾ ਹੀ ਨਹੀਂ ਹੈ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਉਹ ਬਾਹਰੋਂ ਤਾਂ ਮਾੜਾ ਬੋਲ ਸਕਦੇ ਨੇ, ਅੰਦਰੋਂ ਨਹੀਂ ਉਹਨਾਂ ਦੇ ਖੋਟਤਾ ਹੀ ਹੁੰਦੀ। ਜਿਨ੍ਹਾਂ ਨੂੰ ਸਾਧੂਆਂ ਦਾ ਗੁਰੂਆਂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਸੱਜਣ ਠੱਗ ਨੂੰ ਸੰਗ ਪ੍ਰਾਪਤ ਹੋ ਗਿਆ, ਤੇ ਉਹ ਮੁੜ ਕੇ ਉਹਦੀ ਠੱਗੀ ਰਹੀ ਕੋਈ ਨਹੀਂ, ਮਤਬਲੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਕਾਗਦ ਲੂਣ ਰਹੇ ਕਿਰਤ ਸੰਗੇ, ਪਾਣੀ ਕਮਲ ਰਹਿ। ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ। ਮੈਂ ਕਹਿ ਰਿਹਾ ਸੀ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ ਕਿ ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ। ਰਾਮ ਨਾਮ ਪ੍ਰਗਾਸ। ਇੱਕ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਆਉਂਦਾ ਬਸੰਤ ਰਾਗ ਦੇ ਅੰਦਰ, ਮਰਗ ਦੇ ਮਾਧੋ ਸਾਧੂ ਜਨ ਦਿਓ ਮਿਲਾਏ। ਐ ਮਾਧੋ, ਐ ਪਰਮੇਸ਼ਰ, ਮੈਨੂੰ ਆਪਣੇ ਪਿਆਰਿਆਂ ਦੇ ਨਾਲ ਮਿਲਾ ਦੇ। ਤੇ ਕੀ ਹੋਊਗਾ ਮਿਲਣ ਦੇ ਨਾਲ? ਮਾਧੋ ਸਾਧੂ ਜਨ ਦਿਓ ਮਿਲਾਏ, ਦੇਖਤ ਦਰਸ਼। ਜਦੋਂ ਕਿਤੇ ਸਾਧੂ ਦਾ ਕੋਈ ਸੰਗ ਹੋਵੇਗਾ, ਸਾਧੂ ਦਾ ਦਰਸ਼ਨ ਹੋਏਗਾ, ਤੇ ਗੁਰੂ ਰਾਮਦਾਸ ਕਹਿੰਦੇ ਨੇ ਦੇਖਤ ਦਰਸ਼ ਪਾਪ ਸਭ ਨਾਸੇ। ਸਾਧੂਆਂ ਦੇ ਸੰਗਤ ਕਰਨ ਦੇ ਨਾਲ, ਮਹਾਰਾਜ ਕਹਿੰਦੇ ਉਹਨਾਂ ਦਾ ਦਰਸ਼ਨ ਕਰਨ ਦੇ ਨਾਲ ਪਾਪ ਸਾਰੇ ਨਾਸ ਹੋ ਜਾਂਦੇ ਨੇ। ਤੇ ਹੁਣ ਜਦੋਂ ਸਾਧੂ ਕੋਈ ਨਹੀਂ ਹੋਊਗਾ ਤੇ ਫਿਰ ਅਸੀਂ ਦਰਸ਼ਨ ਕਿੱਥੋਂ ਕਰਾਂਗੇ ਤੇ ਪਾਪ ਕਿੱਥੋਂ ਨਾਸ ਹੋਣਗੇ? ਮੈਂ ਉਧਰ ਵੀ ਕਿਹਾ ਸੀ ਵੀ ਹੁਣ ਹਰ ਸਾਧਾਂ ਦੇ ਡੇਰੇ, ਬਾਬਿਆਂ ਦੇ ਡੇਰੇ ਤੇ ਬੰਦੂਕਾਂ ਰੱਖੀਆਂ ਗਈਆਂ ਨੇ, ਤੇ ਬੰਦੂਕਾਂ ਚਲਾਉਂਦੇ ਨੇ। ਤੇ ਬੰਦੂਕਾਂ ਰੱਖਣੀਆਂ ਤੇ ਬੰਦੂਕਾਂ ਚਲਾਉਣੀਆਂ ਇਹ ਕੋਈ ਸਾਧਾਂ ਦਾ ਕੰਮ ਨਹੀਂ, ਇਹ ਬਦਮਾਸ਼ਾਂ ਦਾ ਕੰਮ ਹੈ। ਬਦਮਾਸ਼ੀਆਂ ਪੈ ਕਰਦੇ ਨੇ ਧਰਮ ਸਥਾਨਾਂ ਦੇ ਉੱਤੇ। ਤੇ ਮਾਧੋ ਸਾਧੂ ਜਨ ਦੇਹੋ ਮਿਲਾਏ, ਦੇਖਤ ਦਰਸ਼
ਪਾਪ ਸਭ ਨਾਸੇ। ਧੰਨ ਗੁਰੂ ਰਾਮਦਾਸ ਕਹਿੰਦੇ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਤੇ ਉਹਨਾਂ ਦਾ ਦਰਸ਼ਨ ਕਰਨ ਦੇ ਨਾਲ ਪਾਪ ਸਭ ਨਾਸੇ, ਪਵਿੱਤਰ ਪਰਮ ਗਤ ਪਾਵੈ। ਸਭ ਤੋਂ ਉੱਚੀ ਅਵਸਥਾ ਜਿਹੜੀ ਆ ਨਾ ਉਹ ਸਾਧੂਆਂ ਦੀ ਸੰਗਤ ਵਿੱਚੋਂ ਮਿਲ ਜਾਂਦੀ ਆ। ਜਿਸ ਤਰ੍ਹਾਂ ਉਹ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਸਾਧ ਕੇ ਸੰਗ ਨਹੀਂ ਕਿਸ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਅਗ ਕੋਟ ਹਰੇ, ਨਿਰਮਲ ਪੈ ਚੀਤਾ। ਆ ਜਿਹੜੀ ਚਿੱਤ ਦੇ ਵਿੱਚ ਜਿੰਨੀ ਵੀ ਮੈਲ ਵਾ ਨਾ, ਗੰਦਗੀ ਆ ਨਾ, ਗੁਰੂ ਅਰਜਨ ਦੇਵ ਕਹਿੰਦੇ ਤੂੰ ਸਾਧੂਆਂ ਦੀ ਸੰਗਤ ਕਰਿਆ ਕਰ, ਇਹ ਤੇਰੀ ਮੈਲ ਧੁੱਪ ਜੂਗੀ ਸਾਰੀ। ਮਹਾਰਾਜ ਕਹਿੰਦੇ ਅੱਗੇ ਗੁਰੂ ਰਾਮਦਾਸ ਕਹਿੰਦੇ ਸੱਚੇ ਪਾਤਸ਼ਾਹ ਕਿ ਮਾਧੋ ਸਾਧੂ ਜਨ ਦਿਓ ਮਿਲਾਏ, ਦੇਖਤ ਦਰਸ਼ ਪਾਪ ਸਭ ਨਾਸੇ, ਪਵਿੱਤਰ ਪਰਮਗਤ ਪਾਏ। ਰਾਮ ਨਾਮ ਰਤਨ ਗੜ ਕੋਠੜੀ, ਗੜ ਮੰਦਰ ਏਕ ਲਕਾਨੀ, ਸਤਿਗੁਰ ਮਿਲੇ ਤਾਂ ਪਾਈਏ, ਮਿਲ ਜੋਤੀ ਜੋਤ ਸਮਾਨੀ। ਗੁਰੂ ਰਾਮਦਾਸ ਕਹਿੰਦੇ ਬੰਦਿਆ ਤੇਰੇ ਹਿਰਦੇ ਦੇ ਅੰਦਰ ਇੱਕ ਬਹੁਤ ਵੱਡਾ ਰੱਬ ਨੇ ਕੀਮਤੀ ਖਜ਼ਾਨਾ ਰੱਖਿਆ ਹੋਇਆ। ਰਾਮ ਨਾਮ ਰਤਨ ਗੜ, ਰਾਮ ਨਾਮ ਰਤਨ ਕੋਠੜੀ, ਗੜ ਅੰਦਰ ਏਕ ਲੁਕਾਨੀ। ਤੂੰ ਬਾਹਰੋਂ ਨਾ ਭਾਲ ਕੁਛ ਵੀ, ਬਾਹਰੋਂ ਨਹੀਂ ਤੈਨੂੰ ਕੁਛ ਮਿਲਣਾ। ਹੋਂ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਉਹ ਗੁਪਤ ਨਾਮ ਜਿਹੜਾ ਉਹ ਹਿਰਦੇ ਵਿੱਚ ਵਾ, ਤੇ ਉਹ ਜਿਹੜਾ ਗੁਰੂ ਕੀ ਸੇਵਾ ਕਰੂਗਾ, ਗੁਰੂ ਗੁਰੂ ਜਪੇਗਾ, ਗੁਰੂ ਕਾ ਸੰਗ ਕਰੇਗਾ, ਤੇ ਮਾਰ ਕਹਿੰਦੇ ਉਹ ਕੀਮਤੀ ਖਜ਼ਾਨਾ ਉਹਨੂੰ ਮਿਲ ਜਾਣਾ ਹੈ ਸਾਧੂਆਂ ਦੀ ਸੰਗਤ ਤੇ ਗੁਰੂਆਂ ਦੀ ਸੰਗਤ ਕਰਨ ਦੇ ਨਾਲ। ਤੇ ਜੇ ਤੂੰ ਨਹੀਂ ਕਰੇਗਾ ਗੁਰੂ ਕੀ ਸੰਗਤ, ਤੇ ਮਾਰੇ ਦੇ ਪੰਜ ਚੋਰ ਲਾਗੇ ਮਿਲ ਨਗਰੀਆਂ। ਤੇ ਜਿਹੜਾ ਤੇਰੇ ਕੋ ਕੀਮਤੀ ਖਜ਼ਾਨਾ ਆ ਨਾ ਨਾਮ ਦਾ ਹਿਰਦੇ ਵਿੱਚ ਗੁਪਤ ਪਿਆ ਹੋਇਆ, ਗੁਪਤ ਨਾਮ ਪ੍ਰਗਾਜਾ, ਤੇ ਉਹ ਤੂੰ ਸਾਧੂਆਂ ਦੀ ਗੁਰੂ ਕੀ ਸੰਗਤ ਤੋਂ ਬਿਨਾ ਫਿਰ ਮਾਰ ਕਹਿੰਦੇ ਪੰਜ ਚੋਰ ਲਾਗੇ ਮਿਲ ਨਗਰੀਆ, ਰਾਮ ਨਾਮ ਤਨ ਹਿਰਿਆ। ਉਹ ਕੀਮਤੀ ਖਜ਼ਾਨਾ ਜਿਹੜਾ ਨਾਮ ਦਾ ਸਾਡੇ ਹਿਰਦੇ ਵਿੱਚ ਆ, ਉਹ ਚੋਰਾਂ ਨੇ ਫਿਰ ਚੁਰਾ ਲੈਣਾ। ਉਹ ਤੇਰਾ ਨਹੀਂ ਫਿਰ ਹੋਣਾ, ਉਹ ਚੋਰਾਂ ਨੇ ਚੁਰਾ ਲੈਣਾ ਫਿਰ। ਇਸ ਕਰਕੇ ਧੰਨ ਗੁਰੂ ਰਾਮਦਾਸ ਕਹਿੰਦੇ ਵੇਖੋ ਮੈਂ ਕਿਹੜੀ ਹਾਲਤ ਵਿੱਚ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ ਉਹਨਾਂ ਦੀ ਇੱਕ ਪੌੜੀ ਦੀ ਵਿਚਾਰ ਕਰਕੇ ਆਪਾਂ ਸਮਾਪਤੀ ਕਰੀਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਧੰਨ ਧੰਨ ਭਾਗਤ ਨਾ ਭਗਤ ਜਨਾ। ਉਹਨਾਂ ਭਗਤਾਂ ਦੇ, ਉਹਨਾਂ ਪਿਆਰਿਆਂ ਦੇ ਭਾਗ ਵੱਡੇ ਨੇ। ਭਾਗ ਵੱਡੇ ਨੇ ਕਿਹਨਾਂ ਦੇ? ਜੋ ਹਰ ਨਾਮਾ ਹਰ ਮੁਖ ਕਹਤੇ ਆ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਸਿਮਰਨ ਕਰਦੇ ਆ ਨਾ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਉਹਨਾਂ ਦੇ ਵੱਡੇ ਭਾਗ ਨੇ, ਕਿਉਂਕਿ ਜੋ ਬੋਲੇ ਹਰ ਹਰ ਨਾਮ ਤਿਨ ਜਮ ਛੱਡ ਗਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵੀ ਅੰਮ੍ਰਿਤ ਵੇਲੇ ਉੱਠ ਕੇ, ਕਿਉਂਕਿ ਉਹਨਾਂ ਦੀ ਹਦਾਇਤ ਵਾ ਕਿ ਭਲ ਕੇ ਉੱਠ ਹਰ ਨਾਮ ਧਿਆਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ। ਜੋ ਸਾਸ ਗਰਾ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਤੁਮਾਰਾ ਕਹਿੰਦੇ ਆ ਵੀ ਤਨ ਤਨ ਭਾਗਤ ਨਾ ਭਗਤ ਜਨਾ, ਜੋ ਹਰਨਾਮਾ ਹਰਮੁਖ ਕਹਤੇ ਆ। ਉਹ ਵਡਭਾਗੀ ਭਗਤ ਜਨ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਅੰਮ੍ਰਿਤ ਵੇਲੇ ਉੱਠ ਕੇ। ਤੇ ਗੁਰੂ ਰਾਮਦਾਸ ਕਹਿੰਦੇ ਜੋ ਬੋਲੇ ਹਰ ਹਰ ਨਾਮ, ਜਿਹੜੇ ਬੋਲਦੇ ਨੇ ਫਿਰ ਕੀ ਹੁੰਦਾ? ਤਿੰਨ ਜਮ ਛੱਡ ਗਿਆ, ਉਹਨਾਂ ਨੂੰ ਜਮਦੂਤ ਛੱਡ ਜਾਂਦੇ ਨੇ। ਉਹ ਜਿਹੜਾ ਬਚਨ ਨਹੀਂ ਹੁੰਦਾ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਤੇ ਜਿਹੜੇ ਰੱਬ ਰੱਬ ਉੱਠ ਕੇ ਜਪਦੇ ਨੇ
ਤੇ ਅਗਲਾ ਬੰਦ ਸੀ ਮਾਰਨ ਦਾ, ਧਨ ਧਨ ਭਾਗਤ ਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤੇ ਆ। ਇੱਕ ਤੇ ਕਹਤੇ ਆ ਧਨ ਧਨ ਭਾਗਤ ਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਤੇ ਆ। ਧਨ ਧਨ ਭਾਗਤ ਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤੇ ਆ। ਉਹ ਵੀ ਵਡਭਾਗੇ ਨੇ ਜਿਹੜੇ ਸਵੇਰੇ ਉੱਠ ਕੇ ਆਸਾ ਦੀ ਵਾਰ ਸੁਣਦੇ ਨੇ। ਅੱਜ ਹੀ ਮੈਂ ਸੁਣ ਰਿਹਾ ਸੀ ਆਸਾ ਦੀ ਵਾਰ, ਤੇ ਭਾਈ ਰਣਧੀਰ ਸਿੰਘ ਨੇ ਅੱਜ ਦਰਬਾਰ ਸਾਹਿਬ ਤੋਂ ਆਸਾ ਦੀ ਵਾਰ ਲਾਈ ਹੈ ਪੁਰਾਤਨ ਰੀਤਾਂ ਮੁਤਾਬਕ। ਉਹ ਪੁਰਾਤਨ ਰਾਗੀ ਨੇ, ਉਹਨਾਂ ਨੂੰ ਪੁਰਾਣੀਆਂ ਰੀਤਾਂ ਦਾ ਗਿਆਨ ਹੈ। ਬਾ ਕਮਾਲ ਕਰ ਦਿੱਤੀ ਉਹਨਾਂ ਨੇ। ਤੇ ਸੁਣਦਿਆਂ ਸੁਣਦਿਆਂ ਵਿਚਾਰ ਆਈ ਵੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਜੇ ਤੁਸੀਂ ਆਸਾ ਦੀ ਵਾਰ ਦੀ ਰਚਨਾ ਨਾ ਕਰਦੇ ਤੇ ਜਿਹੜੀਆਂ ਅੱਜ ਭੁੱਖੀਆਂ ਆਤਮਾਵਾਂ ਆਸਾ ਦੀ ਵਾਰ ਨਾਲ ਰਾਹੀਂ ਜੁੜੀਆਂ ਨੇ ਰੱਬ ਦੇ ਨਾਲ, ਕਿਸ ਤਰ੍ਹਾਂ ਜੁੜਦੀਆਂ। ਬੜੇ ਪੀਰ ਪੈਗੰਬਰ ਅੱਜ ਵੀ ਨੇ ਤੇ ਪਹਿਲੋਂ ਵੀ ਨੇ, ਪਰ ਜਿਹੜੀ ਦਾਤ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਸਿੱਖਾਂ ਦੀ ਝੋਲੀ 'ਚ ਪਾਈ, ਕਿਸੇ ਕੌਮ ਦੇ ਕੋਲ ਨਹੀਂ ਹੈ। ਕੋਈ 2 ਸ਼ਬਦ ਲੈ ਕੇ ਤੁਰਿਆ ਫਿਰਦਾ, ਕੋਈ 5 ਸ਼ਬਦ ਲੈ ਕੇ ਤੁਰਿਆ ਫਿਰਦਾ। ਇੱਥੇ ਤੇ ਸਾਡੇ ਕੋਲ ਕੀਮਤੀ ਖਜ਼ਾਨਾ ਭਾਈ, ਤੇ ਐਡਾ ਵੱਡਾ ਖਜ਼ਾਨਾ ਛੱਡ ਕੇ ਆਖੇ ਅਸੀਂ 5 ਸ਼ਬਦ ਲੈ ਆ। ਫਿਰ ਬਦਕਿਸਮਤ ਹੀ ਹੋ ਸਕਦਾ ਨਾ ਵਿਅਕਤੀ ਉਹ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਧੰਨ ਧੰਨ ਭਾਗਤ ਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤੇ ਆ। ਜਿਹੜੇ ਜਿਹੜੇ ਰੱਬ ਦਾ ਨਾਮ ਸੁਣਦੇ ਨੇ ਉਹ ਵਡਭਾਗੀ ਨੇ। ਜਿਹਨਾਂ ਸੁਣ ਵਡਭਾਗੀ ਯਾਰ ਅੰਮ੍ਰਿਤ ਬਾਣੀ ਰਾਮ। ਤੇ ਸੁਣ ਦੇ ਨਾਲ ਕੀ ਹੁੰਦਾ ਹੈ, ਗੁਰੂ ਰਾਮਦਾਸ ਕਹਿੰਦੇ ਨੇ ਕਾਨੜੇ ਦੀ ਰਾਗ ਵਾਰ ਅੰਦਰ ਮਾਰ ਕਹਿੰਦੇ, ਨਾ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ। ਐ ਸਿੱਖਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਸੁਣਿਆ ਕਰ, ਆਸਾ ਦੀ ਵਾਰ ਸੁਣਿਆ ਕਰ। ਹੁਣ ਤੇ ਵੇਖੋ ਕਿੱਡੀ ਬਖਸ਼ਿਸ਼ ਆ, ਨੈਟ ਦੇ ਰਾਹੀਂ ਆਸਾ ਦੀ ਵਾਰ ਦਰਬਾਰ ਸਾਹਿਬ ਦੀ ਸਾਰੇ ਸਾਡੇ ਘਰ ਵਿੱਚ ਹੀ ਆ ਜਾਂਦੀ ਆ, ਪਰ ਸੁਣਦਾ ਕੋਈ ਨਹੀਂ ਹੈ। ਮਨ ਸੁਣਨਾ ਨਹੀਂ ਚਾਹੁੰਦਾ, ਕਿਉਂਕਿ ਮਨ ਦੀਆਂ ਆਪਣੀਆਂ ਬੜੀਆਂ ਵਾਰਾਂ ਨੇ। ਉਹ ਤੇ ਟੁੰਡੇ ਰਾਜੇ ਦੀ ਵਾਰ ਵਾ ਜਿਹੜੀ ਦਰਬਾਰ ਸਾਹਿਬ ਅੰਦਰ ਗਾਈ ਜਾਂਦੀ, ਤੇ ਮਨ ਦੀਆਂ ਤੇ ਵਾਰਾਂ ਹੀ ਬੜੀਆਂ ਹੋਰ ਨੇ। ਉਹ ਟੁੰਡੇ ਰਾਜੇ ਦੀ ਧੁਨੀ ਆ, ਇਹਦੇ ਕੋਲ ਤੇ ਹੋਰ ਹੀ ਧੁਨੀਆਂ ਬੜੀਆਂ ਨੇ ਮਨ ਦੇ ਵਿੱਚ। ਤਾਂ ਨਹੀਂ ਮਨ ਸੁਣਦਾ ਆਸਾ ਦੀ ਵਾਰ। ਤੇ ਮਹਾਰਾਜ ਕਹਿੰਦੇ ਤੂੰ ਸੁਣਿਆ ਕਰ ਸਿੱਖਾ ਆਸਾ ਦੀ ਵਾਰ। ਪ੍ਰਾਣ ਮੈਂ ਅੱਗੇ ਕਿਹਾ ਨੇ ਸਾਰੇ ਗੁਰੂ ਸਾਹਿਬ ਸੁਣਦੇ ਰਹੇ ਨੇ, 10 ਗੁਰੂਆਂ ਨੇ ਤੱਕ ਆਸਾ ਦੀ ਵਾਰ ਸੁਣਦੇ ਰਹੇ ਨੇ ਬੈਠ ਕੇ ਸੰਗਤ ਵਿੱਚ। ਤੇ ਸਾਡੇ ਜਿੰਨੇ ਵੀ ਇਤਿਹਾਸਿਕ ਗੁਰਦਾ ਨੇ ਉੱਥੋਂ ਦੀ ਪਰੰਪਰਾ ਵਾ, ਉੱਥੇ ਆਸਾ ਦੀ ਵਾਰ ਜ਼ਰੂਰ ਲੱਗਦੀ ਸਵੇਰੇ ਅੰਮ੍ਰਿਤ ਵੇਲੇ। ਤੇ ਮਹਾਰਾਜ ਕਹਿੰਦੇ ਤੂੰ ਸੁਣਿਆ ਕਰ, ਜੇ ਸੁਣੇਗਾ ਤੇ ਹੋਵੇਗਾ ਕੀ। ਮਹਾਰਾਜ ਕਹਿੰਦੇ ਨਾ ਸੁਣਿਆ ਸਭ ਸਿੱਧ ਹੈ। ਤੇਰੀ ਜ਼ਿੰਦਗੀ ਸਫਲ ਹੋ ਜਾਊਗੀ ਜਿਸ ਦਿਨ ਤੂੰ ਗੁਰੂ ਕੀ ਬਾਣੀ ਸੁਣਨੀ ਸ਼ੁਰੂ ਕਰ ਦਿੱਤੀ। ਰਿੱਧ ਪਿੱਛੇ ਆਵੇ। ਆ ਜਿਹੜੇ ਦੁਨੀਆ ਦੇ ਪਦਾਰਥ ਨੇ ਨਾ, ਜਿਨ੍ਹਾਂ ਦੀ ਖਾਤਰ ਤੂੰ ਮਰਦਾ ਫਿਰਦਾ, ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਇੱਕ ਚਿੱਤ ਹੋ ਕੇ ਰੱਬ ਦਾ ਨਾਮ ਸੁਣਿਆ ਕਰ, ਇਹ ਵੀ ਪਦਾਰਥ ਤੇਰੇ ਪਿੱਛੇ ਆਉਣਗੇ। ਸਿਆਣੇ ਕਹਿੰਦੇ ਨਾ ਵੀ ਜੇ ਸੂਰਜ ਵੱਲ ਨੂੰ ਪਿੱਠ ਕਰ ਲਈਏ ਤੇ ਪਰਛਾਵਾਂ ਪਿੱਛੇ ਪਿੱਛੇ ਤੁਰਿਆ ਆਉਂਦਾ ਨਾ, ਜੇ ਸੂਰਜ ਵੱਲ ਨੂੰ ਮੂੰਹ ਕਰਕੇ ਤੁਰੀਏ ਤੇ ਪਰਛਾਵਾਂ ਪਿੱਛੇ ਪਿੱਛੇ ਤੁਰਿਆ ਆਉਂਦਾ। ਤੇ ਜੇ ਸੂਰਜ ਨੂੰ ਪਿੱਠ ਦੇ ਕੇ ਦੂਜੇ ਪਾਸੇ ਨੂੰ ਮੂੰਹ ਕਰਕੇ ਤੁਰ ਪਈਏ ਤੇ ਪਰਛਾਵਾਂ ਅੱਗੇ ਅੱਗੇ ਭੱਜਾ ਜਾਂਦਾ। ਇਸ ਕਰਕੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ, ਪਦਾਰਥ ਪਿੱਛੇ ਪਿੱਛੇ ਆਉਂਦੇ ਨੇ। ਉਹਨਾਂ ਨੂੰ ਕੋਈ ਬਹੁਤੀਆਂ ਘਾਲਣਾਵਾਂ ਤੇ ਸਿਆਪੇ ਕਰਨ ਦੀ ਲੋੜ ਨਹੀਂ, ਗੁਰੂ ਉਹਨਾਂ ਦੀਆਂ ਆਪੇ ਲੋੜਾਂ ਪੂਰੀਆਂ ਕਰੀ ਜਾਂਦਾ ਹੈ। ਜੈ ਜੈ ਕਾਜ ਕਿਰਤ ਸੇਵਕੀ, ਤਹਾਂ ਤਾਂ ਉਠ ਧਾਵੇ, ਸੇਵਕੋ ਨਿਕਟੀ ਹੋਵੇ ਦਿਖਾਵੇ। ਉਹ ਭਗਤ ਬੇਣੀ ਦੀ ਨਹੀਂ ਲੋੜਾਂ ਸਾਰੀਆਂ ਪੂਰੀਆਂ ਕਰ ਦਿੱਤੀਆਂ ਰੱਬ ਨੇ। ਤੇ ਮਾਰ ਕਹਿੰਦੇ ਨਾ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ, ਨਾ ਸੁਣਿਆ ਸੰਤੋਖ ਹੋਏ। ਮਾਫ ਕਰਨਾ, ਨਾ ਸੁਣਿਆ ਨੌ ਨਿੱਧ ਮਿਲੇ ਮਨ ਚਿੰਦਿਆ ਪਾਵੇ। ਉਹ ਜਿਹੜਾ ਕੀਮਤੀ ਖਜ਼ਾਨਾ ਨਾ, ਰਾਮ ਨਾਮ ਕੋਠੜੀ ਗੜ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ, ਸਤਿਗੁਰ ਮਿਲੇ ਤਾਂ ਖੋਜੀਏ ਮਿਲ ਜੋਤੀ ਜੋਤ ਸਮਾਨੀ। ਮਰ ਕਹਿੰਦੇ ਉਹ ਜਿਹੜਾ ਨੌ ਨਿੱਧ ਕੀਮਤੀ ਖਜ਼ਾਨਾ ਨਾ ਹਿਰਦੇ ਵਿੱਚ ਨਾਮ ਦਾ,
ਬਾਹਰੋਂ ਨਹੀਂ ਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ। ਤੇ ਜੇ ਉਹ ਅੰਦਰ ਵਾ ਤੇ ਮਿਲਣਾ ਵੀ ਅੰਦਰੋਂ ਹੀ ਆ। ਤੇ ਮਹਾਰਾਜ ਕਹਿੰਦੇ ਤੂੰ ਸੁਣਿਆ ਕਰ। ਆਸਾ ਦੀ ਵਾਰ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ ਤੂੰ ਸੁਣਿਆ ਕਰ। ਨਾ ਸੁਣਿਆ ਨੌ ਨਿਧ ਮਿਲੇ, ਉਹ ਕੀਮਤੀ ਖਜ਼ਾਨਾ ਨਾਮ ਦਾ ਨੌ ਨਿਧੀਆਂ ਉਹ ਤੇਰੇ ਅੰਦਰੋਂ ਪ੍ਰਗਟ ਹੋ ਜਾਣੀਆਂ ਨੇ। ਮਨ ਚਿੰਦਿਆ ਪਾਵੇ, ਜਿਹੜੀ ਤੇਰੀ ਇੱਛਾ ਹੋਊਗੀ ਨਾ, ਤੂੰ ਆਸਾ ਦੀ ਵਾਰ ਸੁਣ, ਪੰਜ ਬਾਣੀਆਂ ਸੁਣ, ਸੁਖਮਨੀ ਸਾਹਿਬ ਦਾ ਪਾਠ ਸੁਣ, ਹੋਰ ਗੁਰੂ ਕੀ ਬਾਣੀ ਸੁਣ, ਤੇ ਫਿਰ ਮਾਰ ਕਹਿੰਦੇ ਤੇਰੀ ਮਨ ਦੀ ਇੱਛਾ ਪੂਰੀ ਹੋ ਜਾਊਗੀ। ਮਗਰ ਨਾ ਸੁਣਿਆ ਨੌ ਨਿਧ ਮਿਲੇ, ਮਨ ਚਿੰਦਿਆ ਪਾਵੈ। ਅਗਲਾ ਬਚਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਦਾ, ਨਾ ਸੁਣਿਆ ਸੰਤੋਖ ਹੋਵੇ। ਮਾਰ ਕਹਿੰਦੇ ਤੂੰ ਧਨ ਦੌਲਤਾਂ ਬੜੀਆਂ ਇਕੱਠੀਆਂ ਕਰ ਲੀਆਂ ਤੇ ਭਟਕਣਾ ਵੱਧਦੀ ਗਈ ਤੇ ਤੈਨੂੰ ਸੰਤੋਖ ਨਹੀਂ ਨਾ ਆਇਆ। ਤੇ ਮਾਰ ਕਹਿੰਦੇ ਤੂੰ ਨਾਮ ਸੁਣਿਆ ਕਰ, ਤੈਨੂੰ ਸੰਤੋਖ ਹੋ ਜਾਊਗਾ। ਤੇ ਬਿਨਾਂ ਸੰਤੋਖ ਨਹੀਂ ਕੋ ਰਾਜੇ। ਪਦਾਰਥਾਂ ਨਾਲ ਥੋੜਾ ਕੋਈ ਮਨ ਰੱਜਦਾ ਹੈ। ਨਾ ਨਾ ਨਾ, ਇਹ ਨਾਮ ਨਾਲ ਹੀ ਰਜਣਾ। ਇਹ ਆਸਾ ਦੀ ਵਾਰ ਨੇ ਇਹਨੂੰ ਰਜਾਉਣਾ। ਬਾਕੀ ਦੁਨੀਆ ਤੇ ਕੋਈ ਚੀਜ਼ ਨਹੀਂ ਇਹਨੂੰ ਰਜਾ ਸਕੇ। ਸੁਖ ਨਹੀਂ ਬਹੁਤੇ ਤਨ ਖਾਟੇ, ਸੁਖ ਨਹੀਂ ਪੇਖੇ ਨਿਰਤ ਨਾਟੇ, ਸੁਖ ਨਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਤੇ ਮਾਰ ਕਿਤੇ ਨਾ ਸੁਣਿਆ ਸੰਤੋਖ ਹੋਵੇ, ਕਵਲਾ ਚਰਨ ਧਿਆਏ। ਇਹ ਲక్ష్ਮੀ ਤੇ ਤੇਰੇ ਚਰਨਾਂ ਜਾਣ ਕੇ ਪੈ ਜਾਊਗੀ, ਤੂੰ ਰੱਬ ਦਾ ਨਾਮ ਸੁਣਿਆ ਕਰ। ਇਸ ਕਰਕੇ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਧੰਨ ਧੰਨ ਭਾਗਤ ਨਾ ਸੰਤ ਜਨਾਂ ਜੋ ਹਰ ਜਸ ਸਰਵਣੀ ਸੁਣਤੇ ਆ। ਉਹ ਸੰਤ ਜਨ ਜਿਹੜੇ ਸਵੇਰੇ ਆਸਾ ਦੀ ਵਾਰ ਸੁਣਦੇ ਨੇ। ਹੈ ਕੋਈ ਸੁਣਦਾ ਆਸਾ ਦੀ ਵਾਰ ਜਿਨ੍ਹਾਂ ਨੂੰ ਇਹ ਸੰਤ ਕਹਿੰਦੇ, ਬਾਬੇ ਕਹਿੰਦੇ, ਕੋਈ ਸੁਣਦਾ ਆਸਾ ਦੀ ਵਾਰ? ਨਹੀਂ, ਪਤਾ ਬਲੇ ਕੋਈ ਨਹੀਂ। ਅਗਲਾ ਬਚਨ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਦਾ, ਉਹ ਕਹਿੰਦੇ ਨੇ ਧੰਨ ਧੰਨ ਭਾਗਤ ਨਾ ਸਾਧ ਜਨਾ। ਉਹਨੂੰ ਉਹ ਸਾਧੂ ਮਹਾਤਮਾ ਵੀ ਵਡਭਾਗੇ ਹਨ। ਧੰਨ ਭਾਗ ਹਨ ਉਹਨਾਂ ਸਾਧੂ ਮਹਾਤਮਾ ਦੇ। ਕਿਹਨਾਂ ਦੇ? ਧੰਨ ਧੰਨ ਭਾਗ ਤਿਨਾ ਸਾਧ ਜਨਾ ਜੋ ਕੀਰਤਨ ਗਾਏ ਗੁਣੀ ਜਨ ਬਣਤੇ ਆ। ਇੱਕ ਤੇ ਜਿਹੜੇ ਮੁਖ ਤੋਂ ਕਹਤੇ ਆ, ਇੱਕ ਸੁਣਤੇ ਆ, ਤੇ ਇੱਕ ਜਿਹੜੇ ਕੀਰਤਨ ਗਾਏ ਗੁਣੀ ਜਨ ਬਣਤੇ ਆ। ਕਹਿੰਦੇ ਮਾਰ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਤੂੰ ਕੀਰਤਨ ਕਰਿਆ ਕਰ। ਵੇਖੋ ਗੁਰੂ ਗ੍ਰੰਥ ਸਾਹਿਬ 'ਚ 17 ਰਾਗਾਂ ਦੇ ਵਿੱਚ ਬਾਣੀ ਆ ਗੁਰੂ ਨਾਨਕ ਸਾਹਿਬ ਜੀ ਦੀ, ਪਰ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੀ ਬਾਣੀ ਉਹ 30 ਰਾਗਾਂ ਦੇ ਵਿੱਚ ਵਾ। ਉਹ ਕਿਤੇ ਉਹ ਰਾਗ ਵਿਦਿਆ ਸਿੱਖਣ ਨਹੀਂ ਗਏ। ਇਹ ਤੇ ਪੂਰੀ ਹੋਈ ਕਰਾਮਾਤ ਆਪ ਸਿਰਜਣ। ਜਿੱਥੇ ਸਿਰਜਣਹਾਰ ਹੀ ਆ ਗਿਆ ਉੱਥੇ ਕੋਈ ਰਾਗ ਵਿਦਿਆ ਪਿੱਛੇ ਰਹਿ ਗਈ? ਕੋਈ ਪੜ੍ਹਾਈ ਕੋ ਪਿੱਛੇ ਰਹਿ ਗਈ? ਕੋਈ ਗੁਰੂ ਰਾਮਦਾਸ ਕਿਤੇ ਉਹ ਪੜ੍ਹਨ ਨਹੀਂ ਗਏ, ਕਿਤੇ ਉਹ ਰਾਗ ਵਿਦਿਆ ਨਹੀਂ ਸਿੱਖਣ ਗਏ, ਪਰ ਬਾ ਕਮਾਲ ਰਾਗ ਵਿਦਿਆ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ 30 ਰਾਗ, ਗੁਰੂ ਨਾਨਕ ਸਾਹਿਬ ਦੇ 17 ਰਾਗ। ਇਹ ਕਿਸ ਤਰ੍ਹਾਂ ਹੁੰਦਾ ਹੈ? ਇਹ ਗੁਰੂ ਰਾਮਦਾਸ ਕਹਿੰਦੇ ਨੇ ਧੰਨ ਧੰਨ ਭਾਗਤ ਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਮਾਰ ਕਹਿੰਦੇ ਤੂੰ ਕੀਰਤਨ ਕਰੀ ਜਾ, ਕੀਰਤਨ ਕਰ ਜਾਈਦਾ, ਤੂੰ ਗੁਣਾਂ ਦਾ ਭੰਡਾਰ ਬਣ ਜਾਏਗਾ। ਤੇ ਅੱਜ ਤੇ ਬਹੁਤਾ ਕੀਰਤਨ ਇਸੇ ਕਰਕੇ ਕਰਦੇ ਕਿ ਵਿਦੇਸ਼ਾਂ ਦਾ ਕੋਈ ਵੀਜ਼ਾ ਲੱਗ ਜੇ, ਸਾਨੂੰ ਬਹੁਤਾ ਜ਼ੋਰ ਇੱਥੇ ਲੱਗਾ ਹੋਇਆ। ਇਹ ਮਾਇਆ ਨੇ ਸਭ ਸੰਸਾਰ ਵਿਗਾੜ ਕੇ ਰੱਖ ਦਿੱਤਾ। ਧਰਮੀਆਂ ਦਾ ਧਰਮ ਨਹੀਂ ਰਹਿਣ ਦਿੱਤਾ ਇਸ ਮਾਇਆ ਨੇ। ਤੇ ਮਹਾਰਾਜ ਕਹਿੰਦੇ ਧੰਨ ਧੰਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਉਹ ਸਾਧੂ ਮਹਾਤਮਾ ਜਿਹੜੇ ਕੀਰਤਨ ਕਰਦੇ ਨੇ। ਹੈ ਕਿਸੇ ਨੂੰ ਬਾਬੇ ਨੂੰ ਹੁਣ ਕੋਈ ਕੀਰਤਨ ਆਉਂਦਾ, ਕਿਸੇ ਨੂੰ ਡੇਰੇ ਵਾਲੇ ਨੂੰ? ਬੰਦੂਕਾਂ ਸਾਰਿਆਂ ਰੱਖੀਆਂ ਹੋਈਆਂ ਤੇ ਹਾਰਮੋਨੀਆ ਕਿਸੇ ਕੋਲ ਨਹੀਂ ਹੈਗਾ। ਜਿਹੜਾ ਸੰਤ ਦਾ ਕੰਮ ਹੁੰਦਾ ਹੈ, ਭਾਈ ਤਾਰੂ ਵਰਗੇ ਭਾਈ ਤਾਰੂ ਸਿੰਘ ਸ਼ਹੀਦ ਜਿਹੜੇ ਹੋਏ ਨੇ, ਉਹਨਾਂ ਨੇ ਸਰੰਦਾ ਰੱਖਿਆ ਸੀ। ਗੁਰੂ ਰਾਮਦਾਸ ਦੇ ਕੋਲ ਰਾਗ ਨੇ, ਆਪਣੇ ਸਾਜ਼ ਨੇ। ਗੁਰੂ ਗੋਬਿੰਦ ਸਿੰਘ ਆਪ ਸਰੰਦਾ ਵਜਾਉਂਦੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਦੇ ਕੋਲ ਰਬਾਬ ਹੈ। ਤੇ ਮਾਰ ਕਹਿੰਦੇ ਤੂੰ ਗਾਈ ਜਾ, ਧੰਨ ਧੰਨ ਭਾਗਤ ਨਾ ਸਾਧ ਜਨਾ ਹਰ ਕੀਰਤਨ ਗਾਏ। ਜਿਹੜੇ ਗਾਉਂਦੇ ਨੇ ਕੀਰਤਨ, ਫਿਰ ਗਾਉਂਦਿਆਂ ਗਾਉਂਦਿਆਂ ਕੀ ਹੁੰਦਾ ਹੈ? ਗੁਣੀ ਜਨ ਬਣਤੇ ਆ।
ਉਹ ਗੁਣੀ ਜਨ ਬਣ ਜਾਂਦੇ ਨੇ ਜਿਹੜੇ ਕਿ ਗੁਰੂ ਰਾਮਦਾਸ ਕਹਿੰਦੇ ਜਿਹੜਾ ਕੀਰਤਨ ਗਾਉਂਦੇ ਨੇ। ਅਗਲਾ ਬਚਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਧੰਨ ਧੰਨ ਭਾਗਤ ਨਾ ਭਗਤ ਜਨਾ, ਮਾਫ ਕਰਨਾ, ਧੰਨ ਧੰਨ ਭਾਗਤ ਨਾ ਗੁਰ ਸਿੱਖਾਂ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਨ ਤੇ ਆ। ਮਰ ਕਹਿੰਦੇ ਉਹ ਗੁਰਸਿੱਖ ਵੀ ਧਨ ਨੇ ਜਿਹੜੇ ਗੁਰੂ ਕੋ ਮੰਤਰ ਲੈ ਕੇ, ਗੁਰੂ ਕੋ ਦੀਖਿਆ ਲੈ ਕੇ ਤੇ ਮਨ ਉੱਤੇ ਫਤਿਹ ਪਾ ਲੈਂਦੇ ਨੇ। ਹਾਲਾਂਕਿ ਮਨ ਜਿਤਨਾ ਬੜਾ ਮੁਸ਼ਕਲ ਆ। ਹੁਣ ਇਹ ਵੀ ਸਵਾਲ ਅਸੀਂ ਕਰਦੇ ਆ ਨਾ ਵੀ ਜਦੋਂ ਅੱਗੋਂ ਪਿੱਛੋਂ ਮਨ ਠੀਕ ਰਹਿੰਦਾ ਤੇ ਜਦੋਂ ਅਸੀਂ ਮਾਲਾ ਫੜਦੇ ਜਾਂ ਗੁਟਕਾ ਫੜਦੇ, ਨਿਤਨੇਮ ਸ਼ੁਰੂ ਕਰਦੇ, ਸਿਮਰਨ ਸ਼ੁਰੂ ਕਰਦੇ ਆ ਤੇ ਮਨ ਫੁਰਨਿਆਂ ਵਿੱਚ ਦੌੜ ਜਾਂਦਾ। ਪਹਿਲੋਂ ਨਹੀਂ ਜਾਂਦਾ, ਉਦੋਂ ਹੀ ਜਾਂਦਾ। ਇਹਦੇ ਉੱਤੇ ਫਿਰ ਸਿਆਣਿਆਂ ਨੇ ਕੋਈ ਗੱਲਾਂ ਲਿਖੀਆਂ, ਉਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਕੰਚਨ ਅਸੁੱਧ ਕੋਠਾਲੀ ਠਹਿਰਾਤ ਨਹੀਂ, ਸੋਨੇ ਦੇ ਵਿੱਚ ਖੋਟਤਾਈ ਆ ਸਾਨੂੰ ਨਹੀਂ ਦਿਖਦੀ। ਜਦੋਂ ਸੁਨਿਆਰਾ ਆਪਣੀ ਕੁਠਾਲੀ ਵਿੱਚ ਪਾ ਕੇ ਉੱਤੇ ਸੁਹਾਗਾ ਸੁੱਟ ਕੇ ਤੇ ਥੱਲੇ ਅੱਗ ਲਾ ਦਿੰਦਾ ਨਾ, ਫਿਰ ਉਹ ਭਟਕਣ ਲੱਗ ਪੈਂਦਾ। ਉਹਦੇ 'ਚ ਖੋਟਤਾਈ ਆ, ਉੱਤੇ ਭਟਕਦਾ, ਉਹ ਤੜਫਦਾ। ਇਸੇ ਤਰ੍ਹਾਂ ਮਨ ਸਾਡਾ ਖੋਟਾ ਹੋ ਚੁੱਕਾ। ਜਦੋਂ ਇਹਨੂੰ ਨਾਮ ਦੀ ਅੱਗ ਸੇਕ ਲੱਗਦਾ ਤੇ ਇਹ ਤੜਫਦਾ ਫਿਰ, ਤੇ ਤੜਫ ਕੇ ਉਹ ਫੁਰਨੇ, ਉਹ ਖਿਆਲ, ਉਹ ਵਿਚਾਰ ਮਨ 'ਚ ਲਿਆਉਂਦਾ ਜਿਹੜੇ ਕਦੀ ਆਏ ਨੇ ਹੁਣ। ਹਾਲਾਂਕਿ ਉਹ ਅੰਦਰ ਛਿਪੇ ਹੁੰਦੇ ਨੇ। ਜਿਸ ਤਰ੍ਹਾਂ ਸੁਨਿਆਰਾ ਜਦੋਂ ਉਹਨੂੰ ਸੋਨੇ ਨੂੰ ਕੁਠਾਲੀ 'ਚ ਪਾਉਂਦਾ ਤੇ ਫਿਰ ਪਤਾ ਲੱਗਦਾ ਕਿੰਨੀ ਖੋਟਤਾਈ ਤੇ ਕਿੰਨੀ ਅਸਲੀਅਤ ਵਾ। ਇਹ ਮਨ ਵਿੱਚ ਸਾਡੇ ਕਿੰਨੀ ਕੁ ਖੋਟਤਾਈ ਆ, ਇਹ ਨਾਮ ਜਪਿਆਂ ਪਤਾ ਲੱਗਣਾ। ਇਹਦੇ 'ਚ ਕਿੰਨੀ ਕੁ ਮੈਲ ਵਾ, ਇਹਦੇ 'ਚ ਕਿੰਨੇ ਕੁ ਗੁਨਾਹ ਪਾਪ ਨੇ, ਇਹ ਨਾਮ ਜਪਿਆਂ ਪਤਾ ਲੱਗਣਾ, ਉੱਦਾਂ ਨਹੀਂ ਪਤਾ ਲੱਗਣਾ। ਨਾ 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 ਇੰਨੀ ਆ ਉਹ ਖੁਦਿਆ ਨਿੰਦਰਾ ਤ੍ਰਿਸ਼ਨਾ, ਜਿਹੜਾ ਉਹ ਬਚਨ ਕੀਤਾ ਮਾਰਨ ਵੀ ਇਹ ਚੀਜ਼ਾਂ ਸਾਡੇ ਮਨ ਦੇ ਵਿੱਚ ਫਸੀਆਂ ਹੋਈਆਂ ਨੇ। ਪਰ ਇੰਨੀ ਅੱਖੀ ਨਦਰ ਨਾ ਆਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਲੋਭ ਮੋਹ ਕਾਮ ਕ੍ਰੋਧ ਜਿਹੜੇ ਸਾਡੇ ਮਨ ਵਿੱਚ ਘਰ ਕਰ ਚੁੱਕੇ ਨੇ, ਜਦੋਂ ਅਸੀਂ ਸੰਗਤ ਵਿੱਚ ਬਹਿੰਦੇ ਆ, ਨਾਮ ਜਪਦੇ ਆ, ਸਿਮਰਨ ਕਰਦੇ ਆ, ਇਹ ਫਿਰ ਪ੍ਰਗਟ ਹੋ ਜਾਂਦੇ ਨੇ, ਇਹ ਫਿਰ ਤੜਫਦੇ ਨੇ। ਜਿਸ ਤਰ੍ਹਾਂ ਤੁਸੀਂ ਇੱਕ ਉਦਾਹਰਨ ਤੇ ਲੈ ਲਈ ਵੀ ਸੋਨਾ ਤੜਫਦਾ ਉੱਤੇ ਅੱਗ ਦੇ ਉੱਤੇ, ਕਿਉਂਕਿ ਉਹਦੇ 'ਚ ਖੋਟਤਾਈ ਹੁੰਦੀ ਆ। ਜਦੋਂ ਖੋਟਾ ਇੱਕ ਪਾਸੇ ਹੋ ਜਾਂਦਾ, ਅਸਲੀਅਤ ਇੱਕ ਪਾਸੇ ਹੋ ਜਾਂਦੀ ਆ, ਫਿਰ ਐ ਸ਼ਾਂਤ ਹੋ ਜਾਂਦਾ ਹੈ। ਇਹ ਮਨ ਭਟਕਣਾ ਚਾਹੀਦਾ ਨਾਮ ਜਪਦਿਆਂ, ਇਹ ਤੜਫਣਾ ਚਾਹੀਦਾ। ਕਈ ਡਰ ਜਾਂਦੇ ਨੇ, ਘਾਬਰ ਜਾਂਦੇ ਨੇ। ਇੱਕ ਮੈਨੂੰ ਕਿਸੇ ਨੇ ਕਿਹਾ ਕਿ ਬਾਬਾ ਜੀ ਮੈਂ ਉਹ ਕਿਸੇ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲਾ ਕੋਈ ਮੁੰਡਾ ਸੀ, ਨੌਜਵਾਨ, ਉਹ ਕਿਤੇ ਧਰਮ ਸਥਾਨ 'ਤੇ ਗਿਆ ਤੇ ਉੱਥੇ ਲੋਕੀ ਗੁਟਕੇ ਲੈ ਕੇ ਬੈਠੇ ਹੀ ਸੁਖਮਨੀ ਸਾਹਿਬ ਦਾ ਪਾਠ ਕਰਨ ਦਾ, ਤੇ ਕਹਿੰਦਾ ਮੈਂ ਵੀ ਉਹ ਗੁਟਕਾ ਲੈ ਕੇ ਬਹਿ ਗਿਆ। ਤੇ ਕਹਿੰਦਾ ਪਤਾ ਨਹੀਂ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਗੁਟਕਾ ਫੜਿਆ ਸੀ ਤੇ ਉਹ ਪਤਾ ਨਹੀਂ ਕਿੱਥੋਂ ਖਿਆਲ ਆਉਣ ਭੈੜੇ ਭੈੜੇ, ਬੱਲੇ ਬੱਲੇ। ਕਹਿੰਦਾ ਮੈਂ 2 ਜਾਂ 3 ਅਸ਼ਟਪਦੀਆਂ ਪੜ੍ਹੀਆਂ, ਮੈਂ ਗੁਟਕਾ ਹੀ ਰੱਖ ਦਿੱਤਾ। ਮੈਂ ਕਿਹਾ ਇੰਨੇ ਖਿਆਲ ਤੇ ਗੰਦੇ ਕਦੇ ਆਏ ਨਹੀਂ, ਤੇ ਆਹ ਹੁਣ ਕਿੱਥੋਂ ਆਉਣੇ ਸ਼ੁਰੂ ਹੋ ਗਏ ਨੇ। ਇਹ ਅੰਦਰ ਛਿਪੇ ਹੋਏ ਨੇ, ਇਹ ਚੋਰ ਨੇ। ਜਦੋਂ ਤੁਸੀਂ ਲਾਈਟ ਜਗਾਉਂਦੇ ਫਿਰ ਚੋਰ ਭੱਜਦੇ ਨਹੀਂ ਕੰਧਾਂ ਟੱਪ ਕੇ, ਕਿਤੇ ਚੋਰ ਅੰਦਰ ਆਣ ਵੜ ਜਾਣ। ਚੋਰ ਅੰਦਰ ਵੜੇ ਹੋਣ ਤੇ ਜਦੋਂ ਮਾਲਕ ਜਾਗੇ ਤੇ ਲਾਈਟ ਜਗਾਵੇ ਤੇ ਚੋਰ ਕਿਸ ਤਰ੍ਹਾਂ ਭੱਜਦੇ ਨੇ। ਇਹ ਫੁਰਨੇ ਜਿਹੜੇ ਚੋਰ ਨੇ, ਇਹ ਭੱਜਦੇ ਨੇ ਨਾਮ ਦੇ ਅੱਗੇ ਫਿਰ ਬੜੇ, ਤੇ ਜਿੰਨੇ ਵੱਧ ਭੱਜਣਗੇ ਓਨਾ ਹੀ ਚੰਗਾ ਕੰਮ। ਭੱਜ ਜਾਣ ਦੇ ਉਹਨਾਂ ਨੂੰ, ਇਹ ਕਬਜ਼ੇ ਕਰਕੇ ਬੈਠੇ ਹੋਏ ਨੇ। ਤੇ ਉਹ ਫਿਰ ਜਦੋਂ ਅਸੀਂ ਨਾਮ ਜਪਦੇ, ਇੱਕ ਤੇ ਉਦਾਹਰਨ ਇਹ ਦਿੱਤੀ ਵੀ ਜਿਸ ਤਰ੍ਹਾਂ ਜਦੋਂ ਜਿੰਨਾ ਚਿਰ ਸੋਨਾ ਸੁੱਧ ਨਹੀਂ ਨਾ ਹੁੰਦਾ ਤੇ ਉਹ ਭੱਠੀ ਉੱਤੇ ਤੜਫਦਾ ਰਹਿੰਦਾ, ਭੁੜਕਦਾ ਰਹਿੰਦਾ, ਤੇ ਜਿੱਦਣ ਖੋਟ ਇੱਕ ਪਾਸੇ ਤੇ ਸੱਚਾਈ ਇੱਕ ਪਾਸੇ, ਫਿਰ ਸ਼ਾਂਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿੰਨਾ ਚਿਰ ਮਨ ਭਟਕਦਾ ਹੈ, ਭਟਕਣ ਦਿਓ ਉਹਨੂੰ ਸਿਮਰਨ ਦੇ ਵਿੱਚ, ਤੜਫਣ ਦਿਓ ਇਹਨੂੰ। ਇਹ ਮਰਨ ਦਿਆਂ ਦੀ ਮੌਤ ਹੋਣ ਦਈ ਆ, ਤੇ ਘਾਬਰੋ ਨਾ ਮਹਾਂਪੁਰਖ ਕਹਿੰਦੇ ਸਿਆਣੇ। ਤੇ ਜਿੱਦਣ ਇਹਦੇ ਵਿੱਚ ਲੋਭ ਨਿਕਲ ਗਿਆ, ਕਾਮ ਨਿਕਲ ਗਿਆ, ਕ੍ਰੋਧ ਨਿਕਲ ਗਿਆ, ਮੋਹ ਨਿਕਲ ਗਿਆ, ਹੰਕਾਰ ਨਿਕਲ ਗਿਆ, ਮਮਤਾ ਨਿਕਲ ਗਈ, ਈਰਖਾ ਨਿਕਲ ਗਈ, ਵੈਰੀ ਨਿਕਲ ਗਏ, ਬੜਾ ਕੁਛ ਮਨ ਦੇ ਵਿੱਚ ਪਿਆ ਹੋਇਆ, ਥੋੜਾ ਭਰਿਆ ਪਿਆ। ਇਹ ਸਰੀਰ ਗਲ ਤਾਂ ਹੀ ਭਰਿਆ ਪਾਪ ਕਮਾਵੇ। ਤੇ ਜਦੋਂ ਅਸੀਂ ਜਪਦੇ ਆ, ਫਿਰ ਫੁਰਨੇ ਬਣਾਉਣੇ ਸ਼ੁਰੂ ਕਰ ਦਿੰਦਾ, ਬਣਨੇ ਹੀ ਬਣਨੇ ਆ।
ਇਹ ਤੇ ਡਰਨ ਦੀ ਲੋੜ ਹੀ ਕੋਈ ਨਹੀਂ, ਸਾਰਿਆਂ ਦੇ ਬਣਦੇ ਨੇ। ਤੇ ਦੂਸਰੀ ਉਦਾਹਰਨ ਉਹਨਾਂ ਨੇ ਦਿੱਤੀ ਆ ਵੀ ਜਿਸ ਤਰ੍ਹਾਂ ਇੱਕ ਜਦੋਂ ਅਸੀਂ ਦੁੱਧ ਨੂੰ ਅੱਗ ਉੱਤੇ ਰੱਖਦੇ ਹਾਂ ਤੇ ਉਬਾਲਾ ਮਾਰਦਾ ਹੈ। ਗੁਰੂ ਨਾਨਕ ਸਾਹਿਬ ਨੇ ਉਦਾਹਰਨ ਦਿੱਤੀ ਹੈ ਕਿ ਰੇ ਮਨ ਐਸੀ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਅਵਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ। ਦੁੱਧ ਦੇ ਵਿੱਚ ਜਿੰਨਾ ਚਿਰ ਪਾਣੀ ਹੈ, ਖੋਟ ਤਾਈ ਹੈ, ਉਹਨਾਂ ਚਿਰ ਉਬਾਲੇ ਮਾਰੂਗਾ ਤੇ ਜਦੋਂ ਉਹਦੇ ਵਿੱਚੋਂ ਪਾਣੀ ਖਤਮ ਹੋ ਗਿਆ ਫਿਰ ਠਾਹ ਨੂੰ ਤੁਰਿਆ ਜਾਂਦਾ, ਉਹ ਫਿਰ ਥੱਲੇ ਲੱਗ ਜਾਂਦਾ, ਕੜਾਹੀ ਦੇ ਨਾਲ ਲੱਗ ਜਾਂਦਾ ਹੈ। ਇਹ ਖੋਟਤਾਈ ਰਹਿਣੀ ਨੇ ਜਿੰਨਾ ਚਿਰ ਆ ਉਹਨਾਂ ਚਿਰ ਉਹਨੇ ਕਰਨਾ ਹੀ ਆ, ਉਬਲਣਾ ਹੀ ਉਬਲਣਾ ਹੈ। ਇਹ ਮਨ ਵਿੱਚ ਜਿੰਨੀ ਜਦੋਂ ਖੋਟਤਾਈ ਆ ਇਹਨੇ ਸਿਮਰਨ ਕਰਦੇ ਆ ਫੁਰਨੇ ਬਣਾਉਣੇ ਹੀ ਬਣਾਉਣੇ ਆ। ਤੀਸਰੀ ਉਦਾਹਰਨ ਉਹਨਾਂ ਨੇ ਦਿੱਤੀ ਵੀ ਜਿਸ ਤਰ੍ਹਾਂ ਇੱਕ ਜਦੋਂ ਕੋਈ ਜ਼ਿਮੀਂਦਾਰ ਕੜਾਹੇ ਵਿੱਚ ਪਾ ਕੇ ਰੋਹ ਨੂੰ, ਰਸ ਨੂੰ, ਗੰਨਿਆਂ ਦੇ ਨੂੰ ਤੇ ਉਬਾਲਦਾ ਹੈ, ਗਰਮ ਕਰਦਾ, ਤੇ ਥੋੜ੍ਹਾ ਜਿਹਾ ਵਿੱਚ ਮਿੱਠਾ ਸੋਡਾ ਪਾਉਂਦਾ ਤੇ ਉਹ ਉਬਾਲਾ ਮਾਰਦਾ ਹੈ, ਕੜਾਇਆ ਬਾਹਰ ਨੂੰ ਉਛਲਦਾ। ਕਿਉਂਕਿ ਸੋਡਾ ਕੀ ਕਰਦਾ, ਸੋਡਾ ਉਹਦੇ ਵਿੱਚੋਂ ਖੋਟਤਾਈ ਬਾਹਰ ਕੱਢਦਾ, ਉਬਾਲੇ ਮਾਰਦਾ। ਫਿਰ ਕੜਾਇਆ ਕਈ ਵਾਰੀ ਗੁੜ ਕੱਢਦਿਆਂ ਵੇਖਿਆ ਸੀ, ਉਹ ਮੈਲ ਬਾਹਰ ਨੂੰ ਆ ਜਾਂਦੀ, ਕੰਢਿਆਂ ਤੱਕ ਆ ਜਾਂਦੀ ਸੀ। ਬਸ ਇਸੇ ਤਰ੍ਹਾਂ ਹੀ ਮਨ ਵਾ, ਇਹ ਨਾਮ ਦਾ ਸੋਡਾ ਜਦੋਂ ਇਹ 'ਤੇ ਪੈਣਾ ਨਾ, ਨਾਮ ਦੀ ਅੱਗ ਇਹਨੂੰ ਲੱਗਣੀ, ਇਹਨੇ ਤੜਫਣਾ ਹੀ ਤੜਫਣਾ, ਇਹਨੇ ਉਬਲਣਾ ਹੀ ਉਬਲਣਾ, ਇਹਨੇ ਫੁਰਨੇ ਬਣਾਉਣੇ ਬਣਾਉਣੇ, ਸਰੀਰ ਤੋਂ ਬਾਹਰ ਭੱਜਣਾ ਹੀ ਭੱਜਣਾ। ਇਹ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਵੀ ਮੇਰੀ ਮੌਤ ਹੋਣ ਲੱਗੀ ਹੁਣ। ਤੇ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ, ਧੰਨ ਧੰਨ ਭਾਗਤ ਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤੇ ਆ। ਹਾਲਾਂਕਿ ਜਿਤਨਾ ਬੜੀ ਮੁਸ਼ਕਿਲ ਆ, ਪਰ ਜਿਹੜੇ ਜਿਣਦੇ ਨੇ ਗੁਰੂ ਰਾਮਦਾਸ ਕਹਿੰਦੇ ਉਹ ਵੀ ਧੰਨ ਨੇ। ਪਰ ਅਖੀਰ ਤੇ ਮਾਰ ਨੇ ਬਚਨ ਕੀਤਾ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਇੱਕ ਤੇ ਉਹ ਘਰ ਬੈਠੇ ਰੱਬ ਰੱਬ ਕਰਦੇ ਨੇ, ਤਨ ਤਨ ਭਾਗਤ ਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਆ। ਇੱਕ ਸੁਣਤੇ ਆ, ਇੱਕ ਗੁਣੀ ਜਾਏ ਕੀਰਤਨ ਜਾਏ ਗਾਏ ਗੁਣੀ ਜਨ ਬਣਤੇ ਆ, ਇੱਕ ਗੁਰਸਿੱਖ ਲੈ ਮਨ ਜਿਣਤੇ ਆ। ਪਰ ਮਰ ਕਹਿੰਦੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤੇ ਆ। ਕਹਿੰਦੇ ਸਭ ਤੋਂ ਵੱਡੇ ਭਾਗ ਨੇ ਉਹਨਾਂ ਗੁਰਸਿੱਖਾਂ ਦੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਨੇ। ਕਿਉਂਕਿ ਗੁਰੂ ਕੀ ਸ਼ਰਨ ਵਿੱਚ ਆ ਕੇ ਹੀ ਤੇ ਮੈਨੂੰ ਐਡਾ ਵੱਡਾ ਮਾਣ ਪ੍ਰਾਪਤ ਹੋਇਆ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਅੱਜ ਬੈਠਾ ਸੋਢੀ ਪਾਤਸ਼ਾਹ ਜਿਹੜੀ ਇਹ ਅਵਸਥਾ ਮਿਲੀ ਆ, ਇਹ ਗੁਰੂ ਦਾ ਸੰਗ ਕਰਕੇ ਮਿਲੀ ਹੋਈ ਆ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਭਾਈ ਮਾਧੋ ਸਾਧੂ ਜਨ ਦਿਓ ਮਲਾਏ, ਦੇਖਤ ਦਰਸ਼ ਪਾਪ ਸਭ ਨਾਸੇ, ਪਵਿੱਤਰ ਪਰਮ ਪਦ ਪਾਏ। ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦਾ ਅੱਜ ਪ੍ਰਕਾਸ਼ ਦਿਹਾੜਾ। ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਉਸ ਦਰ ਉੱਤੇ ਬੜੀਆਂ ਰਹਿਮਤਾਂ ਵਰਸ ਰਹੀਆਂ ਨੇ, ਬੜੀ ਕਿਰਪਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ। ਤੇ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਸਾਨੂੰ ਜਿਹੜਾ ਉਪਦੇਸ਼ ਦਿੱਤਾ ਭਾਈ ਕਿ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਹਰੀ ਦਾ ਨਾਮ ਜਪਣਾ, ਬਾਣੀ ਪੜ੍ਹਨੀ, ਕਿਰਤ ਬਿਰਤ ਕਰਨੀ, ਇਹ ਉਪਦੇਸ਼ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਦਿੱਤਾ। ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ। ਇੱਥੇ ਵਿਚਾਰਾਂ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।